कर तेरी ਅੰਮ੍ਰਿਤ ਬਾਣੀ। ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਗੁਰੂ ਜੀ ਸਾਨੂੰ ਗੁਰ ਪ੍ਰਸਾਦ ਦੇ ਰਹੇ ਹੈ। ਬਾਣੀ ਦੇ ਵਿੱਚ ਸਾਰਾ ਗਿਆਨ ਹੈ, ਸੋਝੀ ਹੈ, ਗੁਰੂ ਦੀ ਮੱਤ ਹੈ। ਉਸ ਬਾਣੀ ਅਨੁਸਾਰ ਅਸੀਂ ਚੱਲਣਾ ਤਾਂ ਸਾਨੂੰ ਬਾਣੀ ਪੜ੍ਹਾਈ ਜਾਂਦੀ ਹੈ, ਤਾਂ ਕਿ ਅਸੀਂ ਬਾਣੀ ਮੁਤਾਬਕ ਚੱਲ ਸਕੀਏ। ਪਰ ਬਾਣੀ ਮੁਤਾਬਕ ਕੋਈ ਵਿਰਲਾ ਹੀ ਚੱਲਦਾ ਹੈ। ਇਸ ਵਾਸਤੇ ਅਰਦਾਸਾਂ ਕਰਨੀਆਂ ਪੈਂਦੀਆਂ ਉਸ ਮਾਲਕ ਦੀ ਬਖਸ਼ਿਸ਼ ਦੇ ਨਾਲ ਬਾਣੀ 'ਤੇ ਚੱਲਿਆ ਜਾਂਦਾ ਹੈ। ਉਸ ਵਾਸਤੇ ਅਰਦਾਸ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਆਓ ਅਰਦਾਸ ਕਰੀਏ ਕਿ ਜੋ ਬਾਣੀ ਪੜ੍ਹੀਏ, हे ਅਕਾਲ ਪੁਰਖ ਮਿਹਰ ਕਰੋ, ਮਿਹਰ ਕਰੋ, ਕਿਰਪਾ ਕਰੋ। हे ਦੁਨੀਆ ਦੇ ਵਾਲੀ, ਇਹ ਕਣ ਕਣ 'ਚ ਵਸਣ ਵਾਲੇ ਏਕ ਓੰਕਾਰ, ਜੋ ਅਸੀਂ ਬਾਣੀ ਪੜ੍ਹੀਏ ਸਾਨੂੰ ਪੜ੍ਹਨ ਦੀ, ਸਮਝਣ ਦੀ ਅਤੇ ਕਮਾਉਣ ਦੀ ਬੁੱਧੀ ਦਿਓ, ਸ਼ਕਤੀ ਦਿਓ, ਬਲ ਦਿਓ, ਉਦਮ ਬਖਸ਼ੋ। ਮਿਹਰ ਕਰੋ ਕਿ ਅਸੀਂ ਬਾਣੀ ਮੁਤਾਬਕ ਚੱਲੀਏ ਅਤੇ ਹੋਰ ਕਿਸੇ ਦੀ ਨਾ ਸੁਣੀਏ, ਕੇਵਲ ਅਤੇ ਕੇਵਲ ਬਾਣੀ ਮੁਤਾਬਕ ਹੀ ਚੱਲੀਏ। ਇਹ ਜੀ ਕਿਰਪਾ ਕਰੋ। 964 ਅੰਗ 'ਤੇ ਗੁਰੂ ਸਾਹਿਬ ਫਿਰ ਰਾਮਕਲੀ ਰਾਗ ਦੇ ਵਿੱਚ ਵਾਰ ਦੀ ਬਾਣੀ ਰਾਹੀਂ ਸਾਨੂੰ ਸਮਝਾ ਰਿਹਾ ਹੈ। 14 ਪੌੜੀਆਂ ਕਰ ਲਈਆਂ, 15ਵੀਂ ਪੌੜੀ 'ਤੇ ਸਲੋਕ ਕਰਨੇ ਹੈ। ਗੁਰੂ ਸਾਹਿਬ ਸਲੋਕ 'ਚ ਕੀ ਕਹਿ ਰਹੇ ਹੈ? ਸਲੋਕ ਮਹੱਲਾ ਪੰਜਵਾਂ। ਤੈਂਡੀ ਬੰਦਸ਼ ਮੈਂ ਕੋਈ ਨਾ ਡਿਠਾ, ਤੂੰ ਨਾਨਕ ਮਨ ਭਾਨਾ। ਕੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਨਾ। ਗੁਰੂ ਸਾਹਿਬ ਕਹਿੰਦੇ ਬਾਣੀ ਇੰਨੀ ਸਰਲ ਹੈ, ਕੋਈ ਸਾਡੇ ਤੇ ਕੰਡੀਸ਼ਨਾਂ ਨਹੀਂ ਲਾਉਂਦੀਆਂ। ਬਾਣੀ ਸਾਡੇ ਤੇ ਕੰਡੀਸ਼ਨਾਂ ਨਹੀਂ ਲਾ ਰਹੀ, ਕੋਈ ਬੰਦਸ਼ ਨਹੀਂ। ਗੁਰੂ ਸਾਹਿਬ ਕੀ ਕਹਿੰਦੇ? ਬਸ ਕਿਰਤ ਕਰਦੇ ਰਹੋ ਤੇ ਨਾਮ ਜਪਦੇ ਰਹੋ, ਬਸ ਹੋਰ ਕੋਸੇ ਦੀ ਲੋੜ ਨਹੀਂ, ਬਾਕੀ ਸਭ ਛੱਡਣਾ ਹੀ ਹੈ। ਸਾਰਾ ਗ੍ਰੰਥ ਸਾਹਿਬ ਸਾਨੂੰ ਇੱਕੋ ਉਪਦੇਸ਼ ਦਿੰਦਾ ਹੈ ਕਿ ਜੇ ਆਹ ਕੰਮ ਕਰ ਲਿਆ ਤਾਂ ਤੁਸੀਂ ਪਾਸ ਆ, ਨਹੀਂ ਤਾਂ ਨਹੀਂ। ਹੋਰ ਕਾਸੇ ਦੀ ਬੰਦਸ਼ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਜਪੋ ਤਾਂ ਇੱਕੋ ਨਾਮਾ, ਅਵਰ ਨਿਰਾਫਲ ਕਾਮਨਾ। ਬਾਣੀ ਪੜ੍ਹ ਕੇ ਸਾਨੂੰ ਪਤਾ ਲੱਗਦਾ ਹੈ ਬਾਣੀ ਸਾਨੂੰ ਕਿਸੇ ਨਾਲੋਂ ਬੰਨਣ ਦੀ ਜਾਪਦੀ ਨਹੀਂ ਹੈ। ਤਾਂ ਮੈਨੂੰ ਤਾਂ ਮਨ ਵਿੱਚ ਪਿਆਰਾ ਲੱਗਦਾ, ਗੁਰੂ ਇੰਨਾ ਪਿਆਰਾ ਲੱਗਦਾ ਵੀ ਇੰਨਾ ਸੌਖਾ ਤਰੀਕਾ ਸਾਨੂੰ ਦਿੱਤਾ ਹੈ। ਕੋਲ ਕਮਾਈ ਤੇ ਮਿੱਤਰ ਵਿਚੋਲੇ, ਕਹਿੰਦੇ ਮੈਂ ਗੁਰੂ ਵਿਚਾਲੇ ਵਿਚੋਲਾ ਮਿੱਤਰ ਹੈ ਸਾਡਾ। ਇਹਨੂੰ ਮਿਲ ਕੇ ਪਰਮਾਤਮਾ ਨੂੰ ਪਛਾਣਿਆ ਜਾਂਦਾ ਤੇ ਉਹਦੇ ਨਾਲ ਜੁੜਿਆ ਜਾਂਦਾ। ਬਸ ਗੁਰੂ ਸਾਹਿਬ ਕੀ ਕਹਿੰਦੇ? ਉਸ ਏਕਮ ਨੂੰ ਸਮਝ ਲਓ। ਬਸ ਕਿਤੋਂ ਖਾਣ ਤੋਂ ਨਹੀਂ ਰੋਕਦੇ, ਪਹਿਨਣ ਤੋਂ ਨਹੀਂ ਰੋਕਦੇ, ਕਿਸੋਂ ਨਹੀਂ ਰੋਕਦੇ। ਕਹਿੰਦੇ ਮੈਂ ਇਸ ਮਿੱਤਰ ਵਿਚੋਲੇ ਪਿਆਰੇ ਗੁਰੂ ਤੋਂ ਸਦਕੇ ਜਾਣਾ ਹੈ। ਕੋਲ ਕਮਾਈ ਮਤਲਬ ਪੈਰੀ ਡਿੱਗਦਾ ਮੈਂ ਉਸ ਵਿਚੋਲੇ ਨੂੰ ਮਿਲ ਕੇ, ਮੈਂ ਕੰਤ ਨੂੰ ਪਛਾਣ ਲਿਆ। ਬਾਣੀ ਪੜ੍ਹ ਕੇ ਸਾਨੂੰ ਏਕ ਓੰਕਾਰ ਦੀ ਸਮਝ ਆਊਗੀ ਕਿਹਨੂੰ ਕਿਹਾ ਜਾ ਰਿਹਾ, ਕਿਹੋ ਜਿਹਾ ਹੋ, ਕਿੱਥੇ ਵਸਦਾ, ਕਿਵੇਂ ਦੁਨੀਆ ਨੂੰ ਚਲਾ ਰਿਹਾ, ਕਿਵੇਂ ਉਹਨੇ ਬਣਾਇਆ ਦੁਨੀਆ ਨੂੰ। ਗੁਰੂ ਸਾਰੀ ਉਹਦੇ ਬਾਰੇ ਨੌਲੇਜ ਦਿੰਦਾ ਹੈ। ਕਹਿੰਦੇ ਮੈਨੂੰ ਤਾਂ ਕੋਈ ਤੇਰੀ ਬੰਦਸ਼ ਨਹੀਂ ਲੱਗੀ, ਤੂੰ ਤਾਂ ਇੱਕੋ ਹੀ ਕੰਮ ਕਿਹਾ, ਬਸ ਜਪੋ ਤੋ ਇੱਕੋ ਨਾਮਾ, ਅਵਰ ਨਿਰਾਫਲ ਕਾਮਾ।
ਸਾਰੀ ਬਾਣੀ ਸਾਨੂੰ ਇੱਕੋ ਉਪਦੇਸ਼ ਦੇ ਰਹੀ ਹੈ, ਚਾਹੇ ਭਗਤ ਸਾਹਿਬ ਦੀ ਕਿਸੇ ਦੀ ਬਾਣੀ ਹੈ, ਚਾਹੇ ਛੇ ਗੁਰੂਆਂ ਚੋਂ ਕਿਸੇ ਦੀ ਬਾਣੀ ਹੈ, ਚਾਹੇ ਗੁਰਸਿੱਖਾਂ ਦੀ ਹੈ, ਭੱਟਾਂ ਦੀ ਹੈ, ਸਾਰੇ ਅਕਾਲ ਪੁਰਖ ਦੀ ਉਸਤਤ ਕਰਕੇ ਉਹਦੇ ਨਾਲ ਜੋੜ ਰਹੇ ਆ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਗੁਰੂ ਸਾਨੂੰ ਪਰਮਾਤਮਾ ਦੀ ਕਹਾਣੀਆਂ ਸੁਣਾਉਂਦੇ ਆ। ਜਿਵੇਂ ਅੱਗੇ ਪੁਰਾਣੇ ਸਮੇਂ ਦੇ ਵਿੱਚ ਦਾਦੀ ਦਾਦੇ ਬੱਚਿਆਂ ਨੂੰ ਕਹਾਣੀਆਂ ਸੁਣਾਉਂਦੇ ਸੀ। ਇੱਕ ਸੀ ਰਾਜਾ, ਉਹਦੀਆਂ ਇੰਨੀਆਂ ਰਾਣੀਆਂ ਸੀ, ਕੋਈ ਨਾ ਕੋਈ ਕਹਾਣੀ ਬਣਾਉਂਦੇ ਸੀ। ਬੱਚੇ ਉਵੇਂ ਸੋਚਦੇ ਸੀ ਇਹ ਜਿਹਾ ਰਾਣਾ ਹੋਊਗਾ, ਰਾਜਾ ਹੋਊਗਾ, ਉਹਦੀਆਂ ਰਾਣੀਆਂ, ਇਹ ਜਿਹਾ ਮਹਿਲ ਹੋਊਗਾ। ਚਿੜੀ ਕਾਂ ਦੀ ਕਹਾਣੀ ਸੁਣਾ ਦਿੰਦੇ ਸੀ। ਇਵੇਂ ਗੁਰੂ ਵੀ ਸਾਨੂੰ ਕਹਾਣੀ ਸੁਣਾ ਰਹੇ ਹੈ। ਪਰ ਉਹ ਤਾਂ ਕਹਿੰਦੇ ਇੱਕ ਸੀ ਰਾਜਾ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਇੱਕ ਹੈ ਰਾਜਾ, ਸੀ ਵੀ ਤੇ ਹੋਊਗਾ ਵੀ। ਉਹ ਰਾਜੇ ਦੇ ਤਾਂ ਥੋੜਾ ਜਿਹਾ ਰਾਜ ਸੀ, ਉਹ ਸਾਰੀ ਦੁਨੀਆ ਤੇ ਰਾਜ ਕਰ ਰਿਹਾ ਵੀ। ਇਹਨੇ ਸਾਰੀ ਦੁਨੀਆ ਨੂੰ ਬਣਾਇਆ ਹੈ। ਇਹ ਰਾਜਾ ਹਮੇਸ਼ਾ ਰਹਿੰਦਾ ਹੈ, ਇਹਦੇ ਨਾਲ ਸੀ ਨਹੀਂ ਲੱਗਦਾ ਕਦੇ। ਹੋਸੀ ਭੀ ਗੁਰੂ ਸਾਹਿਬ ਕਹਿੰਦੇ ਦੁਨੀਆ ਖਤਮ ਹੋ ਜੂ, ਪਰਮਾਤਮਾ ਨਹੀਂ ਖਤਮ ਹੁੰਦਾ। ਇਸ ਤਰ੍ਹਾਂ ਕਹਿੰਦੇ ਟੈਂਡੀ ਬੰਦਸ਼ ਮੈਂ ਕੋਈ ਨਾ ਡਿੱਠਾ। ਗੁਰੂ ਗ੍ਰੰਥ ਸਾਹਿਬ 'ਚ ਕੋਈ ਇਹ ਜਿਹੀ ਬੰਦਸ਼ ਨਹੀਂ ਲਾਈ ਜਿਹੜੀ ਸਾਥੋਂ ਨਾ ਹੁੰਦੀ ਹੋਵੇ। ਤੇ ਸਿਰਫ ਕੀ ਹੈ, ਪਖੰਡ ਛੱਡਨੇ, ਅਸੀਂ ਸਿਰਫ ਕਰਮ ਕਾਂਡ ਛੱਡਨੇ ਹੈ, ਹੱਟ ਛੱਡਣੀ ਹੈ, ਬਸ ਛਡਾਇਆ ਹੀ ਹੈ। ਤੇ ਕੰਮ ਇੱਕੋ ਹੀ ਦੱਸਿਆ, ਬਸ ਸਿਮਰੋ ਸਿਮਰ ਸਿਮਰ ਸੁਖ ਪਾਓ। ਬਸ ਪਰਮਾਤਮਾ ਦੀ ਸਿਫਤਾਂ ਕਰਨੀ ਹੈ, ਬਾਕੀ ਸਭ ਛੱਡਣਾ ਹੈ, ਬਾਕੀ ਰਜਾ ਚੱਲਣਾ ਹੈ। ਕਹਿੰਦੇ ਕੋਲ ਕਮਾਈ ਤਿਸ ਗੁਰੂ ਤਿਸ ਮਿੱਤਰ ਵਿਚਾਲੇ। ਮਿੱਤਰ ਹੈ ਗੁਰੂ, ਸਾਡਾ ਵਿਚੋਲਾ ਹੈ। ਜੈ ਮਿਲ ਕੰਤ ਪਛਾਨਾ, ਜਿਹਨੂੰ ਗੁਰੂ ਨੂੰ ਮਿਲ ਕੇ ਕੰਤ ਨੂੰ ਪਛਾਨਣਾ। ਤਾਂ ਅਸੀਂ ਰੋਜ਼ ਨਿਤਨੇਮ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਤਾਂ ਕਿ ਸਾਨੂੰ ਕੰਤ ਦੀ ਪਛਾਣ ਆ ਜਾਏ, ਪਤੀ ਦੀ ਪਛਾਣ ਆ ਜਾਵੇ, ਜਿਹੜਾ ਸਭ 'ਚ ਵਸਦਾ ਹੈ। ਇਹ ਗੁਰੂ ਸਾਹਿਬ ਦਾ ਸ਼ਬਦ ਹੈ 522 ਅੰਗ 'ਤੇ। ਉੱਥੇ ਵੀ ਪੰਜਵੇਂ ਪਾਤਸ਼ਾਹੀ ਦਾ ਸ਼ਬਦ ਹੈ, ਨਾਨਕ ਸਤਿਗੁਰ ਭੇਟੀਏ ਪੂਰੀ ਹੋਵੇ ਜੁਗਤ ਹਸੰਦਿਆਂ ਖਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਗੁਰੂ ਸਾਹਿਬ ਕਹਿੰਦੇ ਬਸ ਕੱਲਾ ਤੁਸੀਂ ਗੁਰੂ ਗ੍ਰੰਥ ਸਾਹਿਬ ਸਤਿਗੁਰ ਤੁਹਾਡਾ, ਇਹਦੇ ਨਾਲ ਭੇਟਾ ਕਰ ਲਓ ਤੇ ਇੱਕ ਪੂਰੀ ਜੁਗਤ ਤੁਹਾਨੂੰ ਦਿਓ। ਬਾਣੀ ਨੇ ਸਾਨੂੰ ਇੱਕ ਜੁਗਤ ਦੱਸਣੀ ਹੈ, ਉਹ ਅਸੀਂ ਸਮਝਣੀ ਹੈ ਤੇ ਉਹਨੂੰ ਲਾਗੂ ਕਰਨਾ। ਗੁਰੂ ਸਾਹਿਬ ਕਹਿੰਦੇ ਕੁਛ ਨਹੀਂ ਕਰਨਾ, ਬਸ ਤੂੰ ਕੀ ਕਰ, ਸਤਿਗੁਰ ਨੂੰ ਮਿਲ ਕੇ ਇਹੋ ਜਿਹੀ ਜੁਗਤ ਲੈ ਲਾ ਜਿਸ ਨਾਲ ਤੂੰ ਪਰਮਾਤਮਾ ਨਾਲ ਜੁੜ ਜਾਏਗਾ ਤੇ ਮੁਕਤ ਹੋ ਜਾਏਗਾ। ਤੇ ਜਿੱਥੇ ਮਰਜੀ ਹੱਸੀ ਜਾ, ਖੇਡੀ ਜਾ, ਪਹਿਨੀ ਜਾ, ਖਾਈ ਜਾ। ਨਾਨਕ ਸਤਿਗੁਰ ਭੇਟੀਏ ਪੂਰੀ ਹੋਵੇ ਜੁਗਤ ਹਸੰਦਿਆਂ ਖਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਗੁਰੂ ਸਾਹਿਬ ਕਹਿੰਦੇ ਜੋ ਜੀ ਕਰਦਾ ਉਹ ਖਾ ਲਾ, ਪਰ ਗੁਰੂ ਨੂੰ ਮਿਲ ਕੇ, ਪਰਮਾਤਮਾ ਨੂੰ ਮਿਲ ਕੇ ਮੁਕਤ ਤਾਂ ਹੋ ਜਾ। ਪੰਜਾਂ ਨੂੰ ਕਾਬੂ ਕਰ ਲਾ। ਪਰ ਸਤਿਗੁਰ ਨਾਲ ਭੇਟਾ ਹੋਊਗੀ ਤਾਂ ਇੱਕ ਜੁਗਤ ਮਿਲਦੀ ਹੈ ਪਰਮਾਤਮਾ ਨਾਲ ਜੁੜਨ ਦੀ। ਤੇ ਗੁਰੂ ਸਾਹਿਬ ਕਹਿੰਦੇ ਹੱਸੀ ਜਾਓ, ਖੇਡੀ ਜਾਓ, ਕੱਪੜੇ ਜਿਹੜੇ ਚੰਗੇ ਲੱਗਦੇ ਉਹ ਪਹਿਨ ਲਾ, ਪਰ ਸਤਿਗੁਰ ਨੂੰ ਮਿਲ ਕੇ ਜੁਗਤ ਜ਼ਰੂਰ ਲੈਣੀ ਪੈਣੀ ਹੈ। ਉਸ ਜੁਗਤ ਨਾਲ ਮੁਕਤ ਹੋ ਜਾਏਗਾ। ਜੇ ਉਹ ਜੁਗਤ ਨਹੀਂ ਲੈਂਦਾ ਫਿਰ ਭਾਵੇਂ ਕੁਛ ਕਰੀ ਜਾ, ਫਿਰ ਤਾਂ ਜੋ ਮਰਜ਼ੀ ਧਾਰਮਿਕ ਪਹਿਰਾਵੇ ਵੀ ਪਾ ਲਾ ਤਾਂ ਵੀ ਫੇਲ ਹੋ ਜਾਏਗਾ। ਰੋਟੀ ਵੀ ਨਾ ਖਾ ਤਾਂ ਵੀ ਫੇਲ ਹੋ ਜਾਏਗਾ। ਰੋਟੀਆਂ ਵੀ ਛੱਡ ਦੇ, ਤੂੰ ਇਕੱਲੇ ਮਾਸ ਦੀ ਗੱਲ ਕਰਦਾ, ਰੋਟੀਆਂ ਵੀ ਛੱਡ ਦੇ ਤਾਂ ਵੀ ਨਹੀਂ ਪਾਸ ਹੋ ਸਕਦਾ। ਨਾ ਮਾਸ ਖਾਦਿਆਂ ਪਰਮਾਤਮਾ ਨਾਲ ਮਿਲਾਪ ਹੁੰਦਾ ਤੇ ਨਾ ਹੀ ਮਾਸ ਛੱਡਿਆਂ ਪਰਮਾਤਮਾ ਨਾਲ ਮਿਲਾਪ ਹੁੰਦਾ। ਗੁਰੂ ਸਾਹਿਬ ਕਹਿੰਦੇ ਖਾਣਾ ਤਾਂ ਪਊਗਾ ਤੁਹਾਨੂੰ ਸਰੀਰ ਨੂੰ ਜਿੰਦਾ ਰੱਖਣ ਵਾਸਤੇ, ਸਰੀਰ ਦਾ ਤਨ ਢੱਕਣ ਵਾਸਤੇ ਪਹਿਨਣਾ ਵੀ ਪਊਗਾ। ਫਿਰ ਗੁਰੂ ਸਾਹਿਬ ਕਹਿੰਦੇ ਵਧੀਆ ਸਮਾਜ 'ਚ ਰਹੋ, ਹੱਸੋ ਖੇਡੋ, ਪਰ ਨਾਲ
ਕੈਦ ਨਾ ਹੋਇਓ। ਉਸ ਕੈਦ ਤੋਂ ਬਚਣ ਵਾਸਤੇ ਸਾਨੂੰ ਗੁਰੂ ਦੀ ਜੁਗਤ ਲੈਣੀ ਪੈਂਦੀ ਹੈ। ਉਹ ਫਿਰ ਕਿਹੜੀ ਜੁਗਤ ਹੈ? ਹਾਥ ਪੈਰ ਸਭ ਕਾਮ ਕਰ ਚੀਤ ਨਿਰੰਜਨ ਨਾਲ ਹੁੰਦਾ। ਉਹ ਜੁਗਤ ਸਾਨੂੰ ਗੁਰੂ ਦਿੰਦੇ ਆ। ਇਸ ਤਰ੍ਹਾਂ ਫਿਰ ਗੁਰੂ ਗ੍ਰੰਥ ਸਾਹਿਬ ਸਾਡੇ 'ਤੇ ਕੋਈ ਬੰਦਸ਼ਾਂ ਨਹੀਂ ਲਾਉਂਦਾ। ਸਾਨੂੰ ਸਿਰਫ ਇੱਕੋ ਕੰਮ ਦੱਸਦੇ ਆ, ਭਾਈ ਸਚਿਆਰ ਹੋ ਜਾਓ, ਕੂੜ ਦੀ ਪਾਲ ਤੋੜ ਲਓ, ਰਜਾ 'ਚ ਚੱਲ ਪਓ, ਹੁਕਮ ਨੂੰ ਸਮਝ ਲਓ। ਬਸ ਰਜਾ 'ਚ ਚੱਲਣਾ ਹੀ ਸਭ ਕੁਝ ਹੈ। ਇਸ ਤਰ੍ਹਾਂ ਹੁਣ ਕਹਿੰਦੇ ਮੈਂ ਉਸ, ਨਹੀਂ ਤਾਂ ਜਿੰਨੇ ਗੁਰੂ ਆ ਕੋਈ ਕੁਛ ਆਦਾ, ਕੋਈ ਕੁਛ ਆਦਾ। ਗੁਰੂ ਗ੍ਰੰਥ ਸਾਹਿਬ ਕੋਈ ਸਾਡੇ 'ਤੇ ਪਾਬੰਦੀ ਨਹੀਂ ਲਾਉਂਦੇ। ਸਿਰਫ ਗੱਲ ਗੁਰੂ ਕਹਿੰਦਾ ਮੇਰੀ ਗੱਲ ਸਮਝ ਲਾ ਅਤੇ ਕਮਾ ਲਾ। ਬਸ ਅੰਤਰ ਤੀਰਥ ਨਹਾਉਣਾ ਸੀ, ਉਹ ਨਾਮ ਦੇ ਨਾਲ ਧੋਤਾ ਜਾਂਦਾ, ਬਾਣੀ ਦੇ ਰਾਹੀਂ ਧੋਤਾ ਜਾਂਦਾ। ਫਿਰ ਅਗਲੇ ਸਲੋਕ 'ਚ ਫਿਰ ਪੰਜਵੇਂ ਪਾਤਸ਼ਾਹੀ ਦਾ ਇੱਕ ਲਾਈਨ ਦਾ ਸਲੋਕ ਹੈ। ਮਹੱਲਾ ਪੰਜਵਾਂ। ਪਾਵ ਸੁਹਾਵੇ ਜਾ ਤਿਸ, ਪਾਵ ਸੁਹਾਵੇ ਜਾ ਤੋ ਧਿਰ, ਜੁਲਦੇ ਸੀ ਸੁਹਾਵਾ ਚਰਨੀ, ਮੁਖ ਸੁਹਾਵਾ ਜਾ ਤੋ ਜਸ ਗਾਵੇ, ਜੀ ਪਿਆ ਤੋ ਸ਼ਰਨੀ। ਹੁਣ ਗੁਰੂ ਸਾਹਿਬ ਕਹਿੰਦੇ ਪੈਰ ਤਾਂ ਹੀ ਤੁਹਾਡੇ ਚੰਗੇ ਹੈ, ਸੀਸ ਵੀ ਤੁਹਾਡਾ ਤਾਂ ਚੰਗਾ ਹੈ। ਜੇ ਪੈਰ ਕੀ ਕਰਨ ਤੇ ਸੀਸ ਕੀ ਕਰੇ? ਗੁਰੂ ਸਾਹਿਬ ਕਹਿੰਦੇ ਪੈਰ ਵੀ ਉਹ ਸੋਹਣੇ ਲੱਗਦੇ ਆ ਜੋ ਤੇਰੇ ਪਾਸੇ ਵੱਲ ਚੱਲਦੇ। ਹੁਣ ਆਹ ਪੈਰ ਸਾਡੇ ਸਰੀਰ ਨੂੰ, ਮਨ ਨੂੰ ਕਿੱਥੇ ਲੈ ਜਾਂਦੇ ਆ? ਗਲਤ ਜਗ੍ਹਾ ਲੈ ਜਾਂਦੇ ਆ, ਮਾੜੀ ਸੰਗਤ 'ਚ ਲੈ ਕੇ ਜਾਂਦੇ ਆ, ਨਸ਼ਿਆਂ ਦੇ ਘਰ 'ਚ ਲੈ ਕੇ ਜਾਂਦੇ ਆ, ਜਿੱਥੇ ਨਿੰਦਿਆ ਚੁਗਲੀ ਹੁੰਦੀ ਉੱਥੇ ਲੈ ਕੇ ਜਾਂਦੇ ਆ। ਪਰ ਗੁਰੂ ਸਾਹਿਬ ਕਹਿੰਦੇ ਜੇ ਇਹਨਾਂ ਪੈਰਾਂ ਨਾਲ ਤੁਸੀਂ ਸੰਗਤ 'ਚ ਆ ਜਾਓ, ਜਿੱਥੇ ਬਾਣੀ ਸਮਝੀ ਹੋ ਜਾਂਦੀ ਹੈ, ਤਾਂ ਪੈਰ ਵੀ ਸੋਹਣੇ ਹੋ ਜਾਂਦੇ ਆ। ਪਾਵ ਸੁਹਾਵੇ ਜਾ ਤੋ ਧਿਰ, ਜੁਲਦੇ ਸਾਧ ਸੰਗਤ ਨਾਲ ਜੁੜਦੇ ਜਾ ਕੇ। ਪਰ ਸੀਸ ਸੁਹਾਵਾ ਚਰਨੀ, ਸੀਸ ਕਿਹੜਾ ਵਧੀਆ? ਜਿਹੜਾ ਗੁਰੂ ਨੂੰ ਦੇ ਦੇਗੇ। ਸੀਸ ਕਿਹੜਾ ਵਧੀਆ? ਜਿਹੜਾ ਪਰਮਾਤਮਾ ਨੂੰ ਸਮਰਪਣ ਕਰ ਦਈਏ ਜਾਂ ਗੁਰੂ ਨੂੰ ਸਮਰਪਣ ਕਰ ਦਈਏ, ਇੱਕੋ ਚੀਜ਼ ਹੈ। ਸਿਰ ਵੀ ਭਾਗਾਂ ਵਾਲਾ ਬੰਦਾ ਜੋ ਤੇਰੇ ਕਦਮਾਂ 'ਤੇ ਜੁੜਦਾ, ਸਿਰਫ ਤੇਰੇ 'ਤੇ ਆਸਰਾ ਰੱਖਦਾ, ਹੋਰ ਆਸਰੇ ਸਭ ਛੱਡ ਕੇ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਤੇ ਪਰਮਾਤਮਾ ਦਾ ਲੈਂਦਾ। ਮਤ ਗੁਰੂ ਦੀ 'ਤੇ ਚੱਲਦਾ, ਆਸਰਾ ਅਕਾਲ ਪੁਰਖ 'ਤੇ ਰੱਖਦਾ, ਇੱਕ ਓਂਕਾਰ 'ਤੇ ਰੱਖਦਾ। ਉਹ ਸੀਸ ਵਧੀਆ ਹੁੰਦਾ। ਪੈਰ ਵੀ ਉਹ ਵਧੀਆ ਜਿਹੜੇ ਗੁਰੂ ਦੀ ਸੰਗਤ ਵੱਲ ਜਾਂਦੇ ਆ, ਪਰ ਉਹ ਸੰਗਤ ਵੀ ਭਾਗਾਂ ਨਾਲ ਮਿਲਦੀ ਹੈ, ਜਿੱਥੇ ਕੰਮ ਦੀ ਗੱਲ ਹੁੰਦੀ ਹੋਵੇ। ਫਿਰ ਗੁਰੂ ਦੇ ਮੁੱਖ ਸੁਹਾਵਾ ਕਿਹਦਾ? ਮੁੱਖ ਸੁਹਾਵਾ ਜਾ ਤੋ ਜਸ ਗਾਵੇ। ਗੁਰੂ ਸਾਹਿਬ ਕਹਿੰਦੇ ਆ ਜ਼ਬਾਨ ਉਹ ਸੁਹਾਵੀ ਹੈ, ਮੂੰਹ ਉਹਦਾ ਸੁਹਾਵਾ ਹੈ, ਜਿਹੜਾ ਇਸ ਮੂੰਹ ਦੇ ਨਾਲ, ਜ਼ਬਾਨ ਦੇ ਨਾਲ ਪਰਮਾਤਮਾ ਦੇ ਜਸ ਗਾਉਂਦਾ, ਸਿਫਤ ਸਲਾਹ ਕਰਦਾ, ਗੁਣਗਾਨ ਕਰਦਾ, ਕੀਰਤਨ ਕਰਦਾ ਉਹਦੇ ਪਰਮਾਤਮਾ ਦੇ। ਕਹਿੰਦੇ ਜਸ ਗਾਉਂਦਾ ਜਿਹੜਾ। ਫਿਰ ਕਿ ਜੀਓ ਪਿਆ ਤੋ ਸ਼ਰਨੀ, ਜੀਓ ਕਿਹੜਾ ਵਧੀਆ? ਜਿਹੜਾ ਕੇਵਲ ਤੇ ਕੇਵਲ ਤੇਰੀ ਸ਼ਰਨ ਲੱਗਦਾ ਹੈ। ਮਨ ਸੁੰਦਰ ਕਿਹੜਾ? ਜਿੰਦ ਸੁੰਦਰ ਕਿਹੜਾ? ਸਿਰ ਤੇ ਸਿਰਫ ਤੇਰੀ ਸ਼ਰਨ ਪੈਂਦਾ, ਤੇਰਾ ਹੀ ਆਸਰਾ ਰੱਖਦਾ। ਜਿਵੇਂ ਪ੍ਰਹਲਾਦ ਨੇ ਲਿਆ, ਹੋਰ ਕਿਸੇ ਦਾ ਆਸਰਾ ਨਹੀਂ ਉਹਨੂੰ, ਉਵੇਂ ਸਾਨੂੰ ਵੀ ਆਸਰਾ ਲੈਣਾ ਆ ਜਾਵੇ। ਮਾਨਸ ਕੀ ਟੇਕ ਬਿਰਥੀ ਜਾਣਨ ਲੱਗ ਜਾਈਏ। ਜਿਹੜਾ ਇੱਕੋ ਦੇਵਨ ਵਾਲਾ ਭਗਵਾਨ ਆ, ਉਹ 'ਤੇ ਆਸਰਾ ਰੱਖੀਏ। ਇਸ ਤਰ੍ਹਾਂ ਪੈਰ ਵੀ ਸੋਹਣੇ ਹੋ ਜਾਂਦੇ ਆ, ਸੀਸ ਵੀ ਸੋਹਣਾ ਆ ਜਾਂਦਾ, ਮੁੱਖ ਵੀ ਸੋਹਣਾ ਆ ਜਾਂਦਾ ਅਤੇ ਮਨ ਵੀ ਸੋਹਣਾ ਆ ਜਾਂਦਾ। ਚਾਰ ਚੀਜ਼ਾਂ ਇੱਕ ਲਾਈਨ 'ਚ ਦੱਸੀਆਂ ਗਈਆਂ, ਪਰ ਸਾਡੇ ਪੈਰ ਹੋਰ ਪਾਸੇ ਜਾਂਦੇ ਆ। ਸੀਸ ਹੋਰਾਂ ਅੱਗੇ ਡਿੱਗਦਾ ਜਾਂਦਾ, ਦੁਨੀਆ ਦੇ ਲੋਕਾਂ ਅੱਗੇ ਪੈਰ ਡਿੱਗਦੇ ਜਾਂਦੇ ਆ, ਸਿਰ ਡਿੱਗਦਾ ਜਾਂਦਾ ਸਾਡਾ। ਮੁੱਖ ਨਾਲ ਅਸੀਂ ਮਾਲਕ ਦੀਆਂ ਸਿਫਤਾਂ ਨਹੀਂ ਕਰਦੇ, ਉਹਦੇ ਬਣਾਏ ਗੋਲਿਆਂ ਦੀਆਂ।
ਬਣਾਉਣ ਵਾਲੇ ਦੀਆਂ ਸਿਫਤਾਂ ਨਹੀਂ ਕਰ ਰਹੇ। ਅਸੀਂ ਜਸ ਕਿਹਦੇ ਗਾਉਣੇ? ਦੁਨੀਆ ਦੇ ਮਾਲਕ ਦੇ। ਆ ਸੱਚ ਗਾ ਸਕਦੇ। ਜਿਹੜਾ ਉਹਨੂੰ ਨਹੀਂ ਗਾਉਂਦਾ ਉਹਦਾ ਮੁੱਖ ਵੀ ਸੁਹਾਵਾ ਨਹੀਂ ਹੈ, ਪਰ ਉਹਨੂੰ ਉਹੀ ਗਾ ਸਕਦਾ ਜਿਹਨੂੰ ਸਾਰੀ ਬਾਣੀ ਸਮਝ ਆ ਜਾਂਦੀ ਹੈ, ਪਰਮਾਤਮਾ ਦੀ ਸਮਝ ਆ ਜਾਂਦੀ ਹੈ। ਤਾਂ ਗੁਰੂ ਸਾਹਿਬ ਨੇ ਅੱਜ ਦੇ ਹੁਕਮਨਾਮੇ 'ਚ ਵੀ ਗੁਰੂ ਸਾਹਿਬ ਨੇ ਕਿਹਾ, ਦੁਨੀਆ ਨਾ ਸਲਾਹੀਏ ਮਰ ਵੰਜਸੇ। ਗੁਰੂ ਸਾਹਿਬ ਕਹਿੰਦੇ ਦੁਨੀਆ ਦੀ ਕੀ ਕਰਦਾ, ਇਹ ਤਾਂ ਸਵੇਰੇ ਮਰ ਜੂਗੀ, ਕਿਹਨੂੰ ਫਿਰ ਕਿੰਨੀ ਸਿਫਤ ਕਰੇਗਾ। ਲੋਕਾਂ ਨਾ ਸਲਾਹੀਏ ਖਾਕ ਥੀ ਹੋਈ। ਇਸ ਤਰ੍ਹਾਂ ਦਾ ਇਹਦਾ ਹੁਕਮਨਾਮਾ ਹੈ। ਕਹਿੰਦੇ ਲੋਕਾਂ ਦਾ ਖਾਕ ਹੋ ਜਾਣਾ ਕਿਹਨੂੰ ਕਰੇਗਾ, ਪਰ ਅਸੀਂ ਉਹਦੀ ਸਿਫਤ ਲੈ ਕਰਨੀ ਹੈ ਜਿਹੜਾ ਸਦਾ ਸਲਾਮਤ ਨਿਰੰਕਾਰ ਹੈ, ਨਿਰਾਕਾਰ ਵੀ ਹੈ ਤੇ ਸਦਾ ਰਹਿਣ ਵਾਲਾ ਵੀ। ਸਾਰੇ ਆਕਾਰਾਂ ਨੂੰ ਬਣਾਉਣ ਵਾਲਾ ਜਿਹੜਾ, ਉਹਨੂੰ ਅਸੀਂ ਸੂਰਜ ਦੀ ਸਿਫਤ ਸਲਾਹ ਨਹੀਂ ਕਰਨੀ, ਸੂਰਜ ਵੀ ਖਤਮ ਹੋ ਜਾਊ। ਸੂਰਜ ਨੂੰ ਬਣਾਉਣ ਵਾਲੇ ਦੀ ਸਿਫਤ ਸਲਾਹ ਕਰਨੀ ਹੈ, ਧਰਤੀ ਦੀ ਨਹੀਂ ਕਰਨੀ, ਧਰਤੀ ਨੂੰ ਬਣਾਉਣ ਵਾਲੇ ਦੀ। ਦੇਵੀ ਦੇਵਤਿਆਂ ਦੀ ਨਹੀਂ, ਦੇਵੀ ਦੇਵਤਿਆਂ ਨੂੰ ਬਣਾਉਣ ਵਾਲੇ ਦੀ, ਜਿਹਨੇ ਸਭ ਨੂੰ ਬਣਾਇਆ, ਸੱਚਾ ਸਾਹਿਬ ਹੈ, ਜਿਹਦੇ ਘਰ 'ਚ ਸਾਰਾ ਕੁਛ ਹੀ ਉਹਦਾ ਹੈ, ਉਹਦੀ ਸਿਫਤ ਸਲਾਹ ਕਰਨੀ ਹੈ। ਉਹਦੀ ਕਰਨੀ ਵੀ ਸਦਾ ਸਿਫਤ ਸਲਾਹ ਹੈ, ਤੇ ਫਿਰ ਨਾਮ ਮਨ 'ਚ ਵਸਦਾ ਹੈ। ਜੋ ਨਾਮ ਮਨ 'ਚ ਵਸਦਾ ਮਨ ਸ਼ਾਂਤ ਹੁੰਦਾ ਹੈ, ਐਵੇਂ ਨਹੀਂ ਹੁੰਦਾ। ਇਹ ਚਾਰੇ ਸਾਡੇ ਅੰਗਾਂ ਨੂੰ ਗੁਰੂ ਸਾਹਿਬ ਨੇ ਕਹਿਤਾ, ਮਨ ਨੂੰ ਵੀ, ਮੁੱਖ ਨੂੰ ਵੀ, ਸੀਸ ਨੂੰ ਤੇ ਪੈਰਾਂ ਨੂੰ ਵੀ, ਕਿ ਗੁਰੂ ਵੱਲ ਚੱਲੋ, ਗੁਰੂ ਮੁਤਾਬਕ ਚੱਲਣ, ਪਰਮਾਤਮਾ ਦੀ ਸਿਫਤਾਂ ਕਰਨ। ਫਿਰ ਪੌੜੀ 'ਚ ਗੁਰੂ ਸਾਹਿਬ ਕਹਿੰਦੇ ਆ, ਮਿਲ ਨਾਰੀ ਸਤ ਸੰਗ ਮੰਗਲ ਗਾਵੀਆਂ, ਘਰ ਕਾ ਹੋਆ ਬਦਾਨ ਬੌੜ ਨਾ ਧਾਵੀਆਂ। ਬਿਠਨੀ ਦੁਰਮਤ ਦੁਰਤ ਸੋਏ ਕੁੜਾਵੀਆਂ, ਸੀਲਵੰਤ ਪ੍ਰਧਾਨ ਹਿਰਦੇ ਸਚਾਵੀਆਂ। ਅੰਤਰ ਬਾਹਰ ਇੱਕ ਇੱਕ ਰਿਤਾਵੀਆਂ, ਮਨ ਦਰਸ਼ਨ ਕੀ ਪਿਆਸ ਚਰਨ ਦਸਾਵੀਆਂ। ਸੋਭਾ ਬਣੀ ਸ਼ਿੰਗਾਰ ਖਸਮ ਜਾ ਰਾਵੀਆਂ, ਮਿਲਿਆ ਆਏ ਸੰਜੋਗ ਜਾ ਤਿਸ ਭਾਵੀਆਂ। ਗੁਰੂ ਸਾਹਿਬ ਉਸ ਕੰਤ ਨੂੰ ਪਹਿਲਾਂ ਪਛਾਣਿਆ ਜਾਂਦਾ, ਗੁਰੂ ਨੂੰ ਮਿਲ ਕੇ। ਗੁਰੂ ਨੂੰ ਮਿਲ ਕੇ ਅਸੀਂ ਕੰਤ ਨੂੰ ਪਛਾਣਨਾ, ਕਿਵੇਂ ਉਹ ਕਣ ਕਣ 'ਚ ਵਸਦਾ ਹੈ। ਬਾਣੀ ਪੜ੍ਹ ਕੇ ਸਾਨੂੰ ਕਲੀਅਰ ਹੋ ਜਾਊਗਾ ਵੀ ਵਾਕਿਆ ਕਣ ਕਣ 'ਚ ਹੈ। ਇਹ ਨਹੀਂ ਵੀ ਕਿਸੇ ਨੂੰ ਕਹਿਤਾ ਵੀ ਹਾਂ ਕਣ ਕਣ 'ਚ ਵਸਦਾ ਤੇ ਸਾਨੂੰ ਸਮਝ ਆ ਗਈ, ਮੰਨ ਜਾਵਾਂਗੇ, ਨਹੀਂ ਮੰਨਦਾ। ਮਨ ਨੂੰ ਬੜਾ ਗਿਆਨ ਚਾਹੀਦਾ, ਸਮਝ ਚਾਹੀਦੀ ਹੈ, ਫਿਰ ਉਹਦੀ ਹੋਂਦ ਦਾ ਇਹਨੂੰ ਪਤਾ ਲੱਗਦਾ ਹੈ। ਇੱਥੇ ਗੁਰੂ ਸਾਹਿਬ ਕਹਿੰਦੇ, ਮਿਲ ਨਾਰੀ ਸਤਸੰਗ ਮੰਗਲ ਗਾਵੀਆਂ, ਘਰ ਕਾ ਹੋਆ ਬਦਾਨ ਬੌੜ ਨਾ ਧਾਵੀਆਂ। ਗੁਰੂ ਸਾਹਿਬ ਕਹਿੰਦੇ ਤੁਹਾਡੇ ਪੰਜੇ ਵਕਾਰ ਕਾਬੂ ਆ ਜਾਣਗੇ, ਇਹ ਗਿਆਨ ਇੰਦਰੇ ਕਰਮ ਇੰਦਰੇ ਕਾਬੂ ਆ ਜਾਣਗੇ, ਜੇ ਅਸੀਂ ਮਿਲ ਕੇ ਸਾਧ ਸੰਗਤ ਦੇ ਵਿੱਚ ਪਰਮਾਤਮਾ ਦੇ ਸਿਫਤਾਂ ਦੇ ਗੀਤ ਗਾਇਆ ਕਰੀਏ, ਉਹਦੀਆਂ ਗੱਲਾਂ ਕਰਿਆ ਕਰੀਏ। ਸਾਧ ਸੰਗਤ ਦੇ ਵਿੱਚ ਕੀ ਕਰਨਾ, ਅਸੀਂ ਇੱਕੋ ਨਾਮ ਵਖਿਆਨ ਕਰਨਾ। ਗੁਰੂ ਸਾਹਿਬ ਮਿਲ ਨਾਰੀ ਸਤਸੰਗ। ਹੁਣ ਅਸੀਂ ਸਤਸੰਗ ਭਾਵੇਂ 4 ਜਣੇ ਹੀ ਵਾਧੂ ਆ, 2 ਜਣੇ ਹੀ ਵਾਧੂ ਆ। ਜੇ 4 ਤੋਂ ਵੱਧ ਹੋ ਜਾਣ ਤਾਂ ਉਦੋਂ ਵੀ ਵਧੀਆ, ਪਰ ਗਾਉਣ ਵਾਲੇ ਹੋਣ, ਬਾਣੀ ਨੂੰ ਸਮਝਣ ਵਾਲੇ ਹੋਣ, ਗੱਲਾਂ ਵਾਲੇ ਨਾ ਹੋਣ। ਜਦੋਂ ਜ਼ਿਆਦਾ ਆਦਮੀ ਇਕੱਠੇ ਹੋ ਜਾਂਦੇ ਆ, ਫਿਰ ਉਹ ਕੋਈ ਕਿਸੇ ਦੀ ਨਹੀਂ ਸੁਣਦਾ। ਗੁਰੂ ਸਾਹਿਬ ਕਹਿੰਦੇ ਸਿਰਫ ਮਿਲ ਕੇ ਉਹਨੂੰ ਸਤ ਸੰਗ ਦੇ ਵਿੱਚ ਮੰਗਲ ਗਾਉਣੇ, ਉਹਦੇ ਪਰਮਾਤਮਾ ਦੇ ਸੋਲੇ ਗਾਉਣੇ, ਸਿਫਤਾਂ ਗਾਣੀਆਂ ਉਹਦੀਆਂ। ਸਤਸੰਗ ਕੈਸੀ ਜਾਣੀ ਹੈ, ਜਿੱਥੇ ਕੋ ਨਾਮ ਵਖਿਆਨ ਹੀ ਹੈ। ਵਖਿਆਨ ਹੁੰਦਾ ਵੱਧ ਤੋਂ ਵੱਧ ਉਹਦੇ ਬਾਰੇ ਸੋਚਣਾ, ਉਹਦੀਆਂ ਗੱਲਾਂ ਕਰਨੀਆਂ, ਕਿਹੋ ਜਿਹਾ ਉਹ ਕੀ ਕਰ ਰਿਹਾ। ਜਿੰਨਾ ਮਨ ਕਿਸੇ ਦੀ ਸਿਫਤ ਸਲਾਹ ਕਰਦਾ, ਉਹਦੇ ਨਾਲ ਉਨਾ ਹੀ ਛੇਤੀ ਜੁੜਦਾ ਹੈ।
ਪਰ ਗੁਰੂ ਨੇ ਸਾਨੂੰ ਬੜੇ ਵੱਖਰੇ ਨਾਲ ਜੋੜਨਾ ਹੈ, ਜੋ ਨਿਰਾਲਾ ਹੈ, ਜੋ ਨਿਰਾਕਾਰ ਹੈ, ਨਿਰੰਜਨ ਹੈ, ਜਿਹੜਾ ਸੱਚਾ ਸਾਹਿਬ ਹੈ, ਭਾਖਿਆ ਪਾਓ ਅਪਾਰ ਹੈ, ਜਿਹੜਾ ਬਿਨਾਂ ਮੰਗੇ ਤੋਂ ਹੀ ਦੇਈ ਜਾਂਦਾ, ਦਾਤ ਕਰੇ ਦਾਤਾਰ। ਕਹਿੰਦੇ ਉਹਨੂੰ ਕਿਵੇਂ ਮਿਲੋਗੇ? ਉਹਨੂੰ ਤਾਂ ਮਿੰਨਤਾਂ ਤਰਲੇ ਨਾਲ ਮਿਲਿਆ ਜਾਂਦਾ, ਨਿਮਰਤਾ ਨਾਲ ਮਿਲਿਆ ਜਾਂਦਾ। ਸਾਧ ਸੰਗਤ 'ਚ ਆ ਕੇ ਅਸੀਂ ਪਰਮਾਤਮਾ ਦੀਆਂ ਸਿਫਤਾਂ ਗਾਉਣੀਆਂ, ਗੁਣ ਗਾਉਣੇ ਉਹਦੇ, ਅਤੇ ਗਾਉਣੇ ਵੀ ਸਭ ਨੇ ਹੁੰਦੇ, ਇਹ ਵੀ ਨਹੀਂ ਹੈ ਵੀ ਇੱਕ ਗਾਈ ਜਾਊਗਾ ਦੂਜੇ ਉਂਝ ਬੈਠੇ ਰਹਿਣਗੇ। ਸਾਰਿਆਂ ਨੇ ਗਾਉਣੇ ਹੁੰਦੇ ਅਤੇ ਉਹੀ ਸੁਣਨੇ ਹੁੰਦੇ, ਆਪ ਹੀ ਗਾਉਣਾ, ਆਪ ਹੀ ਸੁਣਨਾ। ਇਹ ਕਹਿੰਦੇ ਘਰ ਕਾ ਹੋਆ ਵਿਦਾਨ। ਜਿਵੇਂ ਇੱਥੇ ਅੱਜ ਕੱਲ੍ਹ ਆਹ ਬੜੇ ਨਕਲੀ ਗੁਰੂ ਹੈ, ਚੇਲੇ ਚਪਟੇ, ਕਹਿੰਦੇ ਘਰ ਦਾ ਬੰਧਨ ਕਰਾ ਲਓ। ਗੁਰੂ ਗ੍ਰੰਥ ਸਾਹਿਬ ਵੀ ਸਾਡੇ ਘਰ ਦਾ ਬੰਧਨ ਕਰਦੇ ਆ। ਉਹ ਬਿਲਡਿੰਗ ਦਾ ਘਰ ਆ, ਉਹਦਾ ਬੰਧਨ ਕਰਦੇ, ਉੱਥੇ ਬਸ ਸ਼ੂ ਮੰਤਰ ਮਾਰ ਜਾਂਦੇ ਆ। ਪਰ ਗੁਰੂ ਸਾਡਾ ਬੰਧਨ ਕਦੋਂ ਅੱਖਾਂ ਦਾ ਕਰਦਾ, ਕੰਨਾਂ ਦਾ, ਜ਼ਬਾਨ ਦਾ, ਹੱਥਾਂ ਪੈਰਾਂ ਦਾ ਬੰਧਨ ਕਰਦਾ। ਇਹ ਗਲਤ ਪਾਸੇ ਜਾਂਦੇ ਆ, ਇਹਨਾਂ ਨੂੰ ਰੋਕਦੇ ਆ। ਇਹ ਘਰ ਦੇ ਮੈਂਬਰਾਂ ਦਾ ਬੰਧਨ ਕਰਦੇ ਆ। ਭਾਈ ਤੁਸੀਂ ਹੱਥਾਂ ਨੂੰ ਕਹਿੰਦੇ ਭਾਈ ਹੋਰ ਪਾਸੇ ਚੱਲ, ਪੈਰਾਂ ਨੂੰ ਕਹਿੰਦੇ ਇੱਧਰ ਸੰਗਤ ਵਾਲੇ ਪਾਸੇ ਆ, ਜੀਵ ਨੂੰ ਵੀ ਕਹਿੰਦੇ ਨਿੰਦਾ ਚੁਗਲੀ ਛੱਡ ਕੇ ਤੂੰ ਪਰਮਾਤਮਾ ਦੀ ਸਿਫਤਾਂ ਕਰ। ਕੰਨਾਂ ਨਾਲ ਬਾਣੀ ਅਤੇ ਸਿਫਤਾਂ ਸੁਣਨੀਆਂ ਹੁੰਦੀਆਂ। ਇਸ ਤਰ੍ਹਾਂ ਸਾਰੇ ਘਰ ਦਾ ਬੰਦਾਨ ਹੁੰਦਾ। ਬੌੜ ਨਾ ਧਾਵੀਆਂ। ਫਿਰ ਅੱਜ ਅੱਖਾਂ ਜਿਹੜੀਆਂ ਹੈਗੀਆਂ ਪਰਾਇਆ ਰੂਪ, ਪਰਾਇਆ ਧਨ ਦੇਖ ਰਹੀਆਂ, ਫਿਰ ਉਹਦੇ 'ਚ ਹੀ ਪਰਮਾਤਮਾ ਨੂੰ ਦੇਖਣ ਲੱਗ ਜਾਂਦੀਆਂ। ਫਿਰ ਦੁਬਾਰਾ ਇੱਧਰ ਬੌੜ ਕੇ ਨਹੀਂ ਆਉਂਦੀਆਂ। ਇਹ ਕੰਨ ਨਿੰਦਿਆ ਚੁਗਲੀ ਸੁਣ ਰਿਹਾ, ਇਹ ਸੁਣਨੋਂ ਹਟ ਜਾਂਦੇ। ਜ਼ਬਾਨ ਨਿੰਦਿਆ ਚੁਗਲੀ ਕਰ ਰਹੀ ਹੈ, ਇਹ ਹਟ ਜਾਂਦੀ ਹੈ, ਦੁਬਾਰਾ ਨਹੀਂ ਆਉਂਦੀ। ਇਹ ਕੇਰਾ ਸੀ ਗੁਰੂ ਨਾਲ ਜੁੜ ਕੇ ਫਿਰ ਉੱਧਰ ਦੂਜੇ ਪਾਸੇ ਵੀ ਨਹੀਂ ਜੁੜਦਾ। ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਘਰ ਦਾ ਬੰਧਨ ਹੋ ਜਾਂਦਾ, ਵਧੀਆ ਹੋ ਜਾਂਦੇ, ਗਿਆਨ ਅੰਦਰੇ ਵਸ 'ਚ ਆ ਜਾਂਦੇ ਆ। ਫਿਰ ਮਾਇਆ ਪਿੱਛੇ ਨਹੀਂ ਭੜਕਦੇ, ਮਾਇਆ ਦੇ ਪਿੱਛੇ ਆਉਂਦੀ ਹੈ। ਕਹਿੰਦੇ ਬਿਨਠੀ ਦੁਰਮਤ ਦੁਰਤ ਸੋਏ ਕੁੜਾਵੀਆਂ। ਇਹ ਸਾਡੇ ਅੰਦਰ ਭੈੜੀ ਮੱਤ, ਆਪਦੀ ਮੱਤ ਖਤਮ ਹੋ ਜਾਂਦੀ, ਗੁਰੂ ਦੀ ਮੱਤ ਆ ਜਾਂਦੀ ਹੈ। ਗੁਰੂ ਦੀ ਮੱਤ ਨਾਲ ਦੇ ਉੱਪਰ ਚੱਲਣਾ। ਅਸੀਂ ਗੁਰੂ ਦੀ ਮੱਤ 'ਤੇ ਚੱਲ ਕੇ ਸਾਡੇ ਸਾਰੇ ਔਗਣ ਪਾਪ ਖਤਮ ਹੋ ਜਾਂਦੇ ਆ, ਅਤੇ ਨਾਸ਼ਵੰਤ ਪਦਾਰਥਾਂ ਦੀ ਝਾਕ ਅੱਜ ਲੱਗੀ ਹੈ, ਭੁੱਖ ਲੱਗੀ ਹੈ, ਖਤਮ ਹੋ ਜਾਂਦੀ ਹੈ। ਸਾਨੂੰ ਪਦਾਰਥਾਂ ਨੂੰ ਬਣਾਉਣ ਵਾਲੇ ਅਕਾਲ ਪੁਰਖ ਦੀ ਭੁੱਖ ਲੱਗ ਜਾਂਦੀ ਹੈ। ਭੁੱਖ ਮਿਟਦੀ ਨਹੀਂ, ਬਦਲ ਜਾਂਦੀ ਹੈ। ਨਕਲੀ ਭੁੱਖ ਤੋਂ ਅਸਲੀ ਭੁੱਖ ਲੱਗ ਜਾਂਦੀ ਹੈ। ਦੁੱਖ ਦੇਣ ਵਾਲੀ ਅਕਲ ਖਤਮ ਹੋ ਜਾਂਦੀ ਹੈ, ਭੁੱਖਾਂ ਖਤਮ ਹੋ ਜਾਂਦੀਆਂ। ਸੁੱਖ ਦੇਣ ਵਾਲੀਆਂ ਭੁੱਖਾਂ ਲੱਗ ਜਾਂਦੀਆਂ, ਉਹ ਨਾਮ ਦੀ ਭੁੱਖ ਹੈ। ਪਰ ਗੁਰੂ ਦੀ ਮੱਤ ਪਹਿਲਾਂ ਆਊਗੀ। ਸਾਡੀ ਜਿਹੜੀ ਕਮਲੀ ਮੱਤ ਉਹ ਖਤਮ ਹੋ ਗਈ, ਹਉਮੈ ਖਤਮ ਹੋ ਗਈ। ਸੀਲਵੰਤ ਪ੍ਰਧਾਨ ਹਿਰਦੇ ਸਚਾਵੀਆਂ। ਫਿਰ ਸਾਡਾ ਸੁਭਾਅ ਇੰਨਾ ਨਿਮਰਤਾ, ਇੰਨਾ ਪਿਆਰ ਨਾਲ ਅਸੀਂ ਸਭ ਨਾਲ ਰਵਾਂਗੇ, ਬੋਲਾਂਗੇ, ਕਿਸੇ ਦਾ ਮੰਦਾ ਸੋਚ ਨਹੀਂ ਸਕਦੇ, ਮੰਦਾ ਕਰਨ ਬਾਰੇ ਸੋਚ ਹੀ ਨਹੀਂ ਸਕਦੇ। ਸੀਲਵੰਤ ਬਣਨਾ ਅਸੀਂ ਸਾਰਿਆਂ ਨੇ, ਚੰਗੇ ਸੁਭਾਅ ਵਾਲੀ ਬਣਾ ਦੇਣਾ। ਅਤੇ ਜਿਹੜੀ ਸੀਲਵੰਤ ਬਣ ਜਾਂਦੀ, ਚੰਗੇ ਸੁਭਾਅ ਵਾਲੀ ਬਣ ਜਾਂਦੀ ਹੈ, ਲੋਕ ਉਹਦੀ ਕਦਰ ਕਰਦੇ ਹੀ ਕਰਦੇ ਆ। ਜਿਹੜੇ ਆਪਦੇ ਪੰਜੇ ਕਾਬੂ ਕਰ ਲਿਆ, ਲੋਕ ਉਹਨਾਂ ਨੂੰ ਰੱਬ ਵਾਂਗ ਪੂਜਦੇ ਆ, ਉਹਨਾਂ ਨੂੰ ਕਦਰ ਦਿੰਦੇ ਆ। ਉਸ ਦੇ ਹਿਰਦੇ ਪ੍ਰਭੂ ਵਿੱਚ ਲੀਨ ਰਹਿੰਦਾ ਉਹਦਾ ਮਨ, ਪਰਮਾਤਮਾ 'ਚ ਟਿਕਿਆ ਰਹਿੰਦਾ, ਤਾਂ ਉਹ ਦੂਜੇ ਪਾਸੇ ਗਲਤ ਪਾਸੇ ਸੋਚਣੋਂ ਹੀ ਹਟ ਜਾਂਦਾ, ਉਹਨੂੰ ਟਾਈਮ ਹੀ ਨਹੀਂ ਰਹਿੰਦਾ। ਅੰਤਰ ਬਾਹਰ ਇੱਕ ਰਤਾਵਿਆ। ਫਿਰ ਉਹ ਇੰਨਾ ਕਿਵੇਂ ਬਦਲ ਜਾਂਦਾ ਆਦਮੀ? ਉਹ ਸਭ ਦੇ ਅੰਦਰ ਪਰਮਾਤਮਾ ਨੂੰ ਦੇਖਦਾ ਰਹਿੰਦਾ। ਉਸ ਨੂੰ ਆਪਣੇ ਤੇ ਸਾਰੀ ਸ੍ਰਿਸ਼ਟੀ ਵਿੱਚ ਇੱਕ ਪਰਮਾਤਮਾ ਭਾਈ ਕਨ੍ਹਈਏ ਵਾਂਗੂ ਦੱਸਣ ਲੱਗ ਜਾਂਦਾ ਹੈ। ਬਸ ਇਹੀ ਨਹੀਂ, ਉਸ ਦੀ ਜੀਵਨ ਜੁਗਤੇ ਬਣ ਜਾਂਦੀ ਹੈ, ਜਿਹਦੇ 'ਚ ਵੇਖਣਾ ਸਭ 'ਚ ਉਹੀ। ਜਦੋਂ ਉਹਨੂੰ ਵੇਖਦੇ ਹਾਂ, ਫਿਰ ਇਹ ਕਾਮ, ਕ੍ਰੋਧ, ਲੋਭ, ਮੋਹ ਇਹ ਪੈਦਾ ਨਹੀਂ ਹੁੰਦੇ।
ਫਿਰ ਤਾਂ ਉਹਦਾ ਪਿਆਰ ਪੈਦਾ ਹੋ ਜਾਂਦਾ, ਉਹਦੇ ਨਾਲ ਮੋਹ ਬਣ ਜਾਂਦਾ। ਉਹਦੇ ਨਾਲ ਮੋਹ ਬਣਿਆ ਤੇ ਸਾਰੇ ਔਗਣ ਖਤਮ ਹੋ ਜਾਂਦੇ। ਜੇ ਉਹਦੇ ਨਾਲ ਮੋਹ ਟੁੱਟਿਆ, ਔਗਣ ਭਰ ਜਾਂਦੇ। ਦੋ ਚੀਜ਼ਾਂ ਹੀ ਹੈ। ਮਨ ਦਰਸ਼ਨ ਕੀ ਪਿਆਸ ਚਰਨ ਦਸਾਵੀਆਂ। ਉਹਦੇ ਅੰਦਰ ਕਿਹੜੀ ਪਿਆਸ ਹੁੰਦੀ? ਜਿਹੜੇ ਦੁਨੀਆ ਦੀਆਂ ਪਦਾਰਥਾਂ ਤੋਂ ਰੱਜ ਜਾਂਦਾ। ਭੁੱਖ ਤਾਂ ਰਹੂਗੀ ਉਹਨੂੰ ਫਿਰ ਵੀ, ਪਰ ਉਹ ਪਰਮਾਤਮਾ ਦੇ ਦਰਸ਼ਨ ਦੀ ਤਾਂਘ ਰਹਿੰਦੀ ਹੈ, ਉਹਦੀ ਭੁੱਖ ਲੱਗ ਜਾਂਦੀ ਹੈ, ਨਾਮ ਦੀ ਭੁੱਖ ਲੱਗ ਜਾਂਦੀ। ਹੁਣ ਯਾਦ ਰੱਖੋ, ਬਾਣੀ ਪੜ੍ਹ ਕੇ ਸਾਨੂੰ ਪਰਮਾਤਮਾ ਦੇ ਨਾਮ ਦੀ ਭੁੱਖ ਲੱਗਣੀ ਚਾਹੀਦੀ ਹੈ। ਉਹਨੂੰ ਪਾਉਣ ਦੀ ਇੰਨੀ ਜ਼ਬਰਦਸਤ ਭੁੱਖ ਲੱਗਣੀ ਚਾਹੀਦੀ ਹੈ, ਲੱਗ ਜਾਂਦੀ ਹੈ। ਜਿਵੇਂ ਪਪੀਹੇ ਨੂੰ ਵਰਖਾ ਦੀ ਬੂੰਦ ਦੀ ਲੱਗਦੀ ਹੈ, ਉਵੇਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨੂੰ ਪਰਮਾਤਮਾ ਨੂੰ ਪਾਉਣ ਦੀ, ਉਹਦੇ ਨਾਮ ਦੀ ਭੁੱਖ ਲੱਗਦੀ ਹੈ। ਉਹੀ ਅਸਲੀ ਸਿੱਖ ਹੈ ਜਿਹਨੂੰ ਬਾਣੀ ਪੜ੍ਹ ਕੇ ਉਹਦੇ ਪਿਆਸ ਲੱਗ ਗਈ। ਪਰਮਾਤਮਾ ਦੇ ਚਰਨਾਂ ਦੇ ਦਾਸੀ ਬਣੇ ਰਹਿਣਾ, ਇਹਦੀ ਪਿਆਸ ਲੱਗ ਜਾਵੇ, ਪਰਮਾਤਮਾ ਨੂੰ ਪਾਉਣ ਦੀ ਤਾਂਘ ਪੈਦਾ ਹੋ ਜਾਵੇ, ਫਿਰ ਸਾਡੀ ਬਾਣੀ ਬੜੀ ਸਫਲ ਹੈ। ਜੇ ਬਾਣੀ ਪੜ੍ਹ ਕੇ ਪਰਮਾਤਮਾ ਨੂੰ ਪਾਉਣ ਦੀ ਭੁੱਖ ਨਹੀਂ ਲੱਗੀ ਤਾਂ ਅਸੀਂ ਬਹੁਤ ਥੱਲੇ ਹਾਂ, ਪਹਿਲੀ ਕਲਾਸਾਂ 'ਚ ਹੀ ਹਾਂ, ਬੜੀਆਂ ਥੱਲੇ ਵਾਲੀਆਂ ਕਲਾਸਾਂ 'ਚ ਹੀ ਫਿਰਦੇ ਹਾਂ। ਪਰ ਬਾਣੀ ਪੜ੍ਹ ਕੇ ਜਦੋਂ ਉਸ ਮਾਲਕ ਦੀ ਭੁੱਖ ਲੱਗ ਗਈ, ਸਮਝ ਲਓ ਉੱਚੀ ਕਲਾਸ 'ਚ ਆ ਗਏ ਅਸੀਂ। ਜਿਨ੍ਹਾਂ ਨੂੰ ਪਿਆਸ ਲੱਗ ਜਾਂਦੀ ਉਹ ਅੰਮ੍ਰਿਤ ਖਾ ਲੈਂਦੇ। ਸੱਚਾ ਨਾਮ ਔਖਾ, ਤਾਂ ਹੀ ਇਹਦੀ ਪਿਆਸ ਨਹੀਂ ਲੱਗਦੀ। ਜਿਹਨਾਂ ਨੂੰ ਪਿਆਸ ਲੱਗ ਜਾਂਦੀ ਉਹ ਫਿਰ ਖਾਂਦੇ ਆ, ਫਿਰ ਉਹਨਾਂ ਦੇ ਦੁੱਖ ਲੱਗਦੇ ਆ, ਉਹਨੂੰ ਕਮਾਉਂਦੇ ਆ। ਫਿਰ ਸਾਚੇ ਨਾਮ ਕੀ ਲਾਗੇ ਭੂਖ, ਇਤ ਭੁੱਖੇ ਖਾਏ ਚੱਲੀਏ ਦੁੱਖ। ਇਹਦੀ ਭੁੱਖ ਲੱਗਦੀ ਹੈ ਨਾਮ ਦੀ, ਫਿਰ ਖਾਂਦਾ, ਖਾਣ ਤੋਂ ਬਾਅਦ ਦੁੱਖ ਜਾਂਦੇ। ਵਾਹਿਗੁਰੂ ਵਾਹਿਗੁਰੂ ਬੋਲ ਕੇ ਅਸੀਂ ਨਾਮ ਨੂੰ ਖਾਣਾ, ਅਜੇ ਹਜਮ ਕਰਨਾ। ਸਵਾਸ ਸਵਾਸ ਉਹ ਚੇਤੇ ਆਉਣਾ ਚਾਹੀਦਾ, ਹਰੇਕ 'ਚੋਂ ਵਸਦਾ ਦਿਸਣਾ ਚਾਹੀਦਾ। ਕਹਿੰਦੇ ਉਹ ਪਰਮਾਤਮਾ ਦੇ ਨਾਲ ਜੁੜਨਾ ਹੀ ਚਾਹੁੰਦਾ, 24 ਘੰਟੇ ਹੀ ਸੋਚਦਾ ਰਹਿੰਦਾ ਕਿਵੇਂ ਜੁੜਾਂ, ਅਤੇ ਉਹਨੂੰ ਪਰਮਾਤਮਾ ਦੇ ਦਰਸ਼ਨ ਦੀ ਭੁੱਖ ਲੱਗੀ ਰਹੀ, ਤਾਂ ਉਹ ਦੂਜੇ ਪਾਸੋਂ ਛੁੱਟ ਜਾਂਦਾ। ਫਿਰ ਜਿਹਦੀ ਇਹੋ ਜਿਹੀ ਭੁੱਖ ਲੱਗ ਜਾਂਦੀ ਹੈ, ਗੁਰੂ ਸਾਹਿਬ ਕਹਿੰਦੇ ਉਹਨੂੰ ਬੜਾ ਰਿਸਪੈਕਟ ਮਿਲਦਾ। ਸੋਭਾ ਬਣੀ ਸ਼ਿੰਗਾਰ ਖਸਮ ਜਾ ਰਾਵੀਆ। ਕਹਿੰਦੇ ਉਸ ਦੀ ਸੋਭਾ ਦੇ ਸ਼ਿੰਗਾਰ ਮਿਲ ਜਾਂਦਾ ਹੈ, ਪਰ ਪਰਮਾਤਮਾ ਦੇ ਮਿਲਾਪ ਦਾ ਸ਼ਿੰਗਾਰ ਕਰਦਾ। ਜਦੋਂ ਜੀਵ ਇਸਤਰੀ ਉਸ ਖਸਮ ਪ੍ਰਭੂ ਨੂੰ ਆਪਣੇ ਨਾਲ ਮਿਲਾ ਲੈਂਦਾ ਜਾਂ ਮਿਲ ਜਾਂਦਾ ਆਦਮੀ ਉਸ ਪਰਮਾਤਮਾ ਨਾਲ, ਉਹਦੀ ਯਾਦ ਆਉਣ ਲੱਗ ਜਾਂਦੀ ਹੈ, ਤਾਂ ਇਹ ਮਿਲਾਪ ਹੀ ਉਹਦੇ ਸੋਭਾ ਦੇ ਸ਼ਿੰਗਾਰ ਬਣਾ ਦਿੰਦਾ, ਕਿ ਸਾਨੂੰ ਵਕਾਰਾਂ ਵੱਲੋਂ ਰਜਾ ਦਿੰਦਾ, ਸਾਡੇ ਪੰਜੇ ਕਾਬੂ ਕਰ ਦਿੰਦਾ। ਜਿਹੜਾ ਨਾਮ ਹੈ ਬੜੀ ਸੋਭਾ ਬਣਦੀ ਹੈ, ਬੜੀ ਹਾਰ ਸ਼ਿੰਗਾਰ ਵਾਲੀ ਬਣ ਜਾਂਦੀ ਹੈ। ਕਹਿੰਦੇ ਮਿਲਿਆ ਆਏ ਸੰਜੋਗ ਜਾ ਤਿਸ ਭਾਵੀ ਹੈ। ਪਰ ਗੁਰੂ ਸਾਹਿਬ ਕਹਿੰਦੇ ਉਸ ਨਾਲ ਮਿਲਾਪ ਉਹਦੀ ਹੀ ਮਰਜ਼ੀ ਨਾਲ ਹੁੰਦਾ। ਜੇ ਉਹਨੂੰ ਅਸੀਂ ਚੰਗੇ ਲੱਗਾਂਗੇ ਤਾਂ ਹੀ ਮਿਲਾਪ ਹੋ ਸਕਦਾ ਹੈ, ਪਰ ਉਹ ਸਿਲੈਕਟ ਕਿਹਨੂੰ ਕਰਦਾ? ਜਿਹੜਾ ਗੁਰੂ ਮੁਤਾਬਕ ਚੱਲਦਾ, ਰਜਾ ਚੱਲਦਾ, ਭਾਣੇ ਚੱਲਦਾ, ਹਉਮੈ ਤੋਂ ਬਚਦਾ, ਜਿਹੜਾ ਮੰਗ ਕੇ ਕੇਵਲ ਨਾਮ ਹੀ ਮੰਗਦਾ, ਹੋਰ ਕੁਛ ਨਹੀਂ ਮੰਗਦਾ, ਉਹਨੂੰ ਫਿਰ ਆਪਦੇ ਨਾਲ ਮਿਲਾ ਲੈਂਦਾ। ਉਹ ਫਿਰ ਕੇਵਲ ਨਾਮ ਹੀ ਮੰਗਦਾ ਰਹਿੰਦਾ। ਨਾਮ ਮੰਗਣਾ ਪੈਂਦਾ, ਫਿਰ ਬਖਸ਼ਿਸ਼ ਹੁੰਦੀ ਹੈ, ਐਵੇਂ ਨਹੀਂ। ਪਰ ਮੰਗਿਆ ਤਾਂ ਜਾਂਦਾ ਜੇ ਭੁੱਖ ਲੱਗੇ, ਭੁੱਖ ਤਾਂ ਲੱਗਦੀ ਜੇ ਬਾਣੀ ਅੰਦਰ ਜਾਵੇ। ਬਾਣੀ ਅੰਦਰ ਤਾਂ ਜਾਊਗੀ ਜੇ ਅਸੀਂ ਵਿਚਾਰਾਂਗੇ, ਇਹਨੂੰ ਵੱਧ ਤੋਂ ਵੱਧ ਖੋਜਾਂਗੇ, ਤਾਂ ਅੰਦਰ ਜਾ ਸਕਦੀ, ਐਵੇਂ ਨਹੀਂ। ਸ਼ਬਦ ਵਿਚਾਰ ਕਰਨ ਦੇ ਨਾਲ ਅੰਦਰ ਜਾਂਦੀ। ਇਸ ਤਰ੍ਹਾਂ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਤੇ ਜਿੰਦ ਸੋਹਣੀ ਬਣ ਜਾਂਦੀ ਹੈ, ਮਨ ਹੈ ਨਿਰਮਲ ਹੋ ਜਾਂਦਾ, ਖਾਲਸ ਹੋ ਜਾਂਦਾ, ਪੰਜੇ ਕਾਬੂ ਆ ਜਾਂਦੇ। ਸ਼ਲੋਕ ਮਹੱਲਾ ਪੰਜਵਾਂ। ਸੁਖ ਗਾਤੇ ਤੂੰ ਅਥਾ